Hello students, let's discuss reading comprehension passage number 2. First passage we have done in sample paper number 1. So let's solve reading comprehension. The modern world is power hungry. ਅੱਜ ਦੀ ਦੁਨੀਆ ਜਿਹੜੀ ਹੈ ਉਹ ਸ਼ਕਤੀ ਦੀ ਭੁੱਖੀ ਹੈ, ਪਾਵਰ ਦੀ ਭੁੱਖੀ ਹੈ. ਐਵਰੀ ਬਿਗ ਨੇਸ਼ਨ ਸਟਰਾਈਵਸ ਟੂ ਬੀ ਏ ਵਰਲਡ ਪਾਵਰ. ਹਰ ਇੱਕ ਜਿਹੜੀ ਵੱਡੀ ਨੇਸ਼ਨ ਹੈ ਉਹ ਵਰਲਡ ਪਾਵਰ ਬਣਨ ਦੀ ਕੋਸ਼ਿਸ਼ ਕਰਦੀ ਹੈ. ਦਿਸ ਹੈਜ਼ ਗਿਵਨ ਰਾਈਜ਼ ਟੂ ਅਕਮੂਲੇਸ਼ਨ ਆਫ ਡੈਡਲੀ ਨਿਊਕਲੀਅਰ ਵੈਪਨ. ਇਹਦੇ ਨਾਲ ਕੀ ਹੋਇਆ ਕਿ ਜਿਹੜੇ ਡੈਡਲੀ ਨਿਊਕਲੀਅਰ ਵੈਪਨਸ ਹੈ ਉਹਨਾਂ ਦੇ ਭੰਡਾਰਾਂ ਨੇ ਜਨਮ ਲੈ ਲਿਆ. ਬਟ this nuclear power has been used in a positive way too. ਪਰ ਇਹ ਜਿਹੜੀ ਨਿਊਕਲੀਅਰ ਪਾਵਰ ਹੈ ਇਹ ਪੋਜ਼ਿਟਿਵ ਢੰਗ ਦੇ ਨਾਲ ਵੀ ਯੂਜ਼ ਕੀਤੀ ਜਾਂਦੀ ਹੈ. ਨਿਊਕਲੀਅਰ ਪਾਵਰ ਪਲਾਂਟਸ ਹੈਵ ਰਾਈਜ਼ਨ ਇਨ ਨੰਬਰ ਓਵਰ ਦ ਈਅਰਸ. ਇਹ ਜਿਹੜੇ ਨਿਊਕਲੀਅਰ ਪਾਵਰ ਪਲਾਂਟ ਹੈ ਇਹਨਾਂ ਦੀ ਕਾਊਂਟਿੰਗ ਹੈ ਜਿਹੜੀ ਸਾਲਾਂ ਦੇ ਵਿੱਚ ਵੱਧ ਗਈ ਹੈ. There are over 400 nuclear plants across the world as of 2019. ਤਾਂ 2019 ਤੱਕ ਦੁਨੀਆ ਦੇ ਵਿੱਚ 400 ਤੋਂ ਜ਼ਿਆਦਾ ਨਿਊਕਲੀਅਰ ਪਲਾਂਟ ਹੋ ਗਏ ਹੈ. ਕਰੰਟਲੀ more than 14% of the world's electricity comes from nuclear power plants. ਅਤੇ ਅੱਜ ਕੀ ਹੈ ਵਰਲਡ ਦੀ 14% ਤੋਂ ਜ਼ਿਆਦਾ ਜਿਹੜੀ ਬਿਜਲੀ ਹੈ ਉਹ ਨਿਊਕਲੀਅਰ ਪਲਾਂਟਸ ਤੋਂ ਆਉਂਦੀ ਹੈ. In 2018, nuclear power plants in the US alone generated 807.1 billion kilowatts of energy. ਤਾਂ 2018 ਦੇ ਵਿੱਚ ਇਕੱਲੇ US ਦੇ ਵਿੱਚ ਹੀ ਨਿਊਕਲੀਅਰ ਪਲਾਂਟਸ ਤੋਂ 807.1 ਬਿਲੀਅਨ ਕਿਲੋਵਾਟ એનર્ਜੀ ਪੈਦਾ ਕੀਤੀ ਗਈ. ਅਕਾਊਂਟਿੰਗ ਫॉर 20% ਆਫ ਦਾ ਨੇਸ਼ਨਸ ਇਲੈਕਟ੍ਰੀਸਿਟੀ, ਜੋ ਕਿ ਦੇਸ਼ ਦੀ ਇਲੈਕਟ੍ਰੀਸਿਟੀ ਦਾ 20% ਬਣਦਾ ਹੈ. ਹਾਊ ਡੂ ਨਿਊਕਲੀਅਰ ਪਾਵਰ ਪਲਾਂਟਸ ਕ੍ਰੀਏਟ એનર્ਜੀ? ਇਹ ਜਿਹੜੇ ਨਿਊਕਲੀਅਰ ਪਾਵਰ ਪਲਾਂਟਸ ਹੈ ਇਹ એનર્ਜੀ ਨੂੰ ਕਿਵੇਂ ਪੈਦਾ ਕਰਦੇ ਹੈ? ਦ ਸਿੰਪਲ ਆਨਸਰ ਇਜ਼ ਬਾਏ ਨਿਊਕਲੀਅਰ ਰਿਐਕਸ਼ਨ. ਇਹਦਾ ਸਿੱਧਾ ਸਾਦਾ ਜਵਾਬ ਹੈ ਨਿਊਕਲੀਅਰ ਰਿਐਕਸ਼ਨ ਦੁਆਰਾ. However, if you dig a little deeper, you will uncover a set of complex process that enables us to harvest energy from nuclear particles. ਫਿਰ ਵੀ ਜੇ ਤੁਸੀਂ ਥੋੜ੍ਹਾ ਜਿਹਾ ਡੂੰਘਾਈ ਦੇ ਵਿੱਚ ਜਾਓ ਤਾਂ ਤੁਸੀਂ ਕੀ ਦੇਖੋਗੇ ਕਿ ਜਿਹੜਾ ਕੰਪਲੈਕਸ ਪ੍ਰੋਸੈਸ ਹੈ ਉਹਦਾ ਜਿਹੜਾ ਸਮੂਹ ਹੈ ਉਹ ਤੁਹਾਨੂੰ ਨਿਊਕਲੀਅਰ ਪਾਰਟੀਕਲਸ ਤੋਂ એનર્ਜੀ ਲੈਣ ਦੇ ਲਈ ਯੋਗ ਬਣਾਉਂਦਾ ਹੈ. ਨਿਊਕਲੀਅਰ ਰਿਐਕਸ਼ਨਸ ਆਰ ਆਫ ਟੂ ਟਾਈਪਸ. ਨਿਊਕਲੀਅਰ ਰਿਐਕਸ਼ਨ ਦੋ ਟਾਈਪ ਦੇ ਹੁੰਦੇ ਆ, ਨਿਊਕਲੀਅਰ ਫਿਜ਼ਨ ਅਤੇ ਨਿਊਕਲੀਅਰ ਫਿਊਜ਼ਨ. ਥੀਸ ਆਰ ਟੂ ਡਿਫਰੈਂਟ ਫਿਨੋਮੀਨਾ. ਇਹ ਦੋਨੋਂ ਹੀ ਅਲੱਗ ਤਰ੍ਹਾਂ ਦੇ ਹੈਗੇ ਹੈ. ਵੀ ਯੂਜ਼ ਨਿਊਕਲੀਅਰ ਫਿਜ਼ਨ ਟੂ ਜਨਰੇਟ ਪਾਵਰ ਫਰੋਮ ਨਿਊਕਲੀਅਰ ਰਿਐਕਟਰਸ. ਅਸੀਂ ਨਿਊਕਲੀਅਰ ਰਿਐਕਟਰਸ ਤੋਂ ਪਾਵਰ ਪੈਦਾ ਕਰਨ ਦੇ ਲਈ ਨਿਊਕਲੀਅਰ ਫਿਜ਼ਨ ਦਾ ਯੂਜ਼ ਕਰਦੇ ਹਾਂ. ਦ ਰੀਜ਼ਨ ਵਾਈ ਵੀ ਡੋਂਟ ਯੂਜ਼ ਨਿਊਕਲੀਅਰ ਫਿਊਜ਼ਨ, ਕੀ ਕਾਰਨ ਹੈ ਕਿ ਅਸੀਂ ਨਿਊਕਲੀਅਰ ਫਿਊਜ਼ਨ ਯੂਜ਼ ਨਹੀਂ ਕਰਦੇ, is that we don't have the technology that's mature enough to carry out the energy. Is that we don't have the technology that's mature enough to carry out the process safely and in a cost effective way. ਕੀ ਕਾਰਨ ਹੈ ਕਿ ਅਸੀਂ ਨਿਊਕਲੀਅਰ ਫਿਊਜ਼ਨ ਦੀ ਵਰਤੋਂ ਨਹੀਂ ਕਰਦੇ? ਇਹਦਾ ਕਾਰਨ ਇਹ ਹੈ ਕਿ ਸਾਡੇ ਕੋਲ ਕੋਈ ਵੀ ਇਹੋ ਜਿਹੀ ਟੈਕਨੋਲੋਜੀ ਨਹੀਂ ਜੋ ਇਸ ਪ੍ਰੋਸੈਸ ਨੂੰ ਸੇਫ ਕਰੇ ਅਤੇ ਕੋਸਟ ਇਫੈਕਟਿਵ ਬਣਾਏ. Research is already underway to create a sustainable fusion of energy. એનર્ਜੀ ਦੀ ਸਸਟੇਨੇਬਲ ਫਿਊਜ਼ਨ ਲਈ ਰਿਸਰਚ ਹੈ ਜਿਹੜੀ ਉਹ ਚੱਲ ਰਹੀ ਹੈ. The energy released from the nuclear reaction is in the form of heat. ਨਿਊਕਲੀਅਰ ਰਿਐਕਸ਼ਨ ਤੋਂ ਜਿਹੜੀ એનર્ਜੀ ਰਿਲੀਜ਼ ਹੁੰਦੀ ਹੈ ਉਹ ਹੀਟ ਦੀ ਫਾਰਮ 'ਚ ਹੁੰਦੀ ਹੈ. In nuclear power plants, this
heat emitted from the reaction is used to turn water into superheated steam. ਨਿਊਕਲੀਅਰ ਪਾਵਰ ਪਲਾਂਟਸ ਦੇ ਵਿੱਚ ਇਸ ਹੀਟ ਨੂੰ ਪਾਣੀ ਨੂੰ ਸੁਪਰਹੀਟਡ ਜਾਂ ਭਾਫ ਵਿੱਚ ਬਦਲਣ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਦਿਸ ਸਟੀਮ ਇਜ਼ ਦੈਨ ਯੂਜ਼ਡ ਟੂ ਟਰਨ ਏ ਟਰਬਾਈਨ। ਫਿਰ ਇਸ ਸਟੀਮ ਨੂੰ ਇੱਕ ਟਰਬਾਈਨ ਨੂੰ ਚਾਲੂ ਕਰਨ ਦੇ ਲਈ ਵਰਤਿਆ ਜਾਂਦਾ ਹੈ, ਵਿਚ ਇਜ਼ ਕਨੈਕਟਡ ਟੂ ਏ ਜਨਰੇਟਰ, ਜਿਹਨੂੰ ਕਿ ਜਨਰੇਟਰ ਦੇ ਨਾਲ ਜੋੜਿਆ ਜਾਂਦਾ ਹੈ। ਐਜ਼ ਦਾ ਟਰਬਾਈਨ ਸਪਿਨਸ, ਅਤੇ ਜਦੋਂ ਟਰਬਾਈਨ ਘੁੰਮਦੀ ਹੈ, ਦ ਜਨਰੇਟਰ ਬਿਗਨਸ ਟੂ ਪ੍ਰੋਡਿਊਸ ਐਨਰਜੀ, ਤਾਂ ਜਨਰੇਟਰ ਹੈ ਜਿਹੜਾ ਉਹ ਐਨਰਜੀ ਪੈਦਾ ਕਰਨੀ ਸ਼ੁਰੂ ਕਰ ਦਿੰਦਾ ਹੈ। ਕੁਐਸਚਨਸ ਡਿਸਕਸ ਕਰਦੇ ਹਾਂ। ਕੁਐਸਚਨ ਨੰਬਰ 1, ਨਿਊਕਲੀਅਰ ਪਾਵਰ ਪਲਾਂਟਸ ਹੈਵ ਡੈਸ਼ ਇਨ ਨੰਬਰ ਓਵਰ ਦ ਈਅਰਸ। ਨਿਊਕਲੀਅਰ ਪਾਵਰ ਪਲਾਂਟਸ ਹੈ ਜਿਹੜੇ ਸਾਲਾਂ ਦੇ ਵਿੱਚ ਇਹਨਾਂ ਦੀ ਗਿਣਤੀ ਵੱਧ ਗਈ ਹੈ, ਤਾਂ ਮਤਲਬ ਆ ਗਿਆ ਰਾਈਜ਼ਨ। ਨੈਕਸਟ ਹੈ ਕੁਐਸਚਨ ਨੰਬਰ 2, ਨਿਊਕਲੀਅਰ ਰਿਐਕਸ਼ਨਸ ਆਰ ਆਫ 2 ਟਾਈਪਸ, ਨੇਮਲੀ ਨਿਊਕਲੀਅਰ ਰਿਐਕਸ਼ਨ ਜਿਹੜੇ ਹੈ ਉਹ 2 ਤਰ੍ਹਾਂ ਦੇ ਹੁੰਦੇ, ਉਹ ਕਿਹੜੇ ਕਿਹੜੇ ਹੈ? ਇੱਕ ਤਾਂ ਨਿਊਕਲੀਅਰ ਫਿਜ਼ਨ ਅਤੇ ਦੂਸਰਾ ਨਿਊਕਲੀਅਰ ਫਿਊਜ਼ਨ, ਇਹ ਆਪਸ਼ਨ। ਨੈਕਸਟ ਇਜ਼ ਵੀ ਯੂਜ਼ ਨਿਊਕਲੀਅਰ ਫਿਜ਼ਨ ਟੂ ਡੈਸ਼ ਫਰੋਮ ਨਿਊਕਲੀਅਰ ਰਿਐਕਟਰਸ। ਨਿਊਕਲੀਅਰ ਰਿਐਕਟਰਸ ਤੋਂ ਕੀ ਚੀਜ਼ ਪੈਦਾ ਕਰਨ ਦੇ ਲਈ ਨਿਊਕਲੀਅਰ ਫਿਜ਼ਨ ਨੂੰ ਯੂਜ਼ ਕੀਤਾ ਜਾਂਦਾ ਹੈ? ਤਾਂ ਆਨਸਰ ਹੈ ਜਨਰੇਟ ਪਾਵਰ ਪੈਦਾ ਕਰਨ ਲਈ ਜਾਂ ਇਲੈਕਟ੍ਰੀਸਿਟੀ ਪੈਦਾ ਕਰਨ ਦੇ ਲਈ। ਕੁਐਸਚਨ ਨੰਬਰ 4, ਦ ਐਨਰਜੀ ਰਿਲੀਜ਼ਡ ਫਰੋਮ ਦ ਨਿਊਕਲੀਅਰ ਰਿਐਕਸ਼ਨ ਇਜ਼ ਇਨ ਦ ਫਾਰਮ ਆਫ। ਉਹ ਐਨਰਜੀ ਜਿਹੜੀ ਕਿ ਨਿਊਕਲੀਅਰ ਰਿਐਕਸ਼ਨ ਤੋਂ ਹੁੰਦੀ ਹੈ ਉਹ ਕਿਹੜੀ ਫਾਰਮ ਦੀ ਹੁੰਦੀ ਹੈ? ਤਾਂ ਸਾਡਾ ਆਨਸਰ ਹੈ ਬੀ, ਹੀਟ ਦੀ ਫਾਰਮ ਦੇ ਵਿੱਚ ਹੁੰਦੀ ਆ ਉਹ। ਕੁਐਸਚਨ ਨੰਬਰ 5, ਦਿਸ ਹੀਟ ਐਮਿਟਡ ਫਰੋਮ ਦ ਡੈਸ਼। ਇਹ ਜਿਹੜੀ ਹੀਟ ਹੈ ਕਿੱਥੋਂ ਆਉਂਦੀ ਹੈ? ਤਾਂ ਇਹ ਹੀਟ ਰਿਐਕਸ਼ਨਸ ਤੋਂ ਆਉਂਦੀ ਹੈ, ਆਪਸ਼ਨ ਡੀ। ਨੈਕਸਟ ਇਜ਼ ਦਿਸ ਹੀਟ ਐਮਿਟਡ ਫਰੋਮ ਦ ਰਿਐਕਸ਼ਨਸ। ਜਿਹੜੀ ਇਹ ਹੀਟ ਰਿਐਕਸ਼ਨਸ ਤੋਂ ਆਉਂਦੀ ਹੈ ਇਜ਼ ਯੂਜ਼ਡ ਟੂ ਟਰਨ ਡੈਸ਼ ਇਨਟੂ ਸੁਪਰਹੀਟਡ ਸਟੀਮ। ਤਾਂ ਇਹ ਜਿਹੜੀ ਰਿਐਕਸ਼ਨ ਤੋਂ ਹੀਟ ਆਉਂਦੀ ਹੈ ਇਹਨੂੰ ਕਾਹਦੇ ਲਈ ਯੂਜ਼ ਕੀਤਾ ਜਾਂਦਾ ਹੈ? ਕਿਸ ਚੀਜ਼ ਨੂੰ ਸੁਪਰਹੀਟਡ ਸਟੀਮ ਦੇ ਵਿੱਚ ਚੇਂਜ ਕਰਦੀ ਹੈ? ਐਨਰਜੀ ਨੂੰ, ਆਪਸ਼ਨ ਹੈ ਸੀ। ਕੁਐਸਚਨ ਨੰਬਰ 7, ਵਾਟ ਡਜ਼ ਦ ਜਨਰੇਟਰ ਡੂ ਵੈਨ ਦ ਟਰਬਾਈਨ ਸਪਿਨਸ। ਜਦੋਂ ਟਰਬਾਈਨ ਘੁੰਮਦੀ ਹੈ ਤਾਂ ਜਨਰੇਟਰ ਕੀ ਪੈਦਾ ਕਰਦਾ ਹੈ? ਇਟ ਬਿਗਨਸ ਟੂ ਪ੍ਰੋਡਿਊਸ ਐਨਰਜੀ, ਡੀ ਆਪਸ਼ਨ, ਉਸ ਵੇਲੇ ਐਨਰਜੀ ਪੈਦਾ ਹੁੰਦੀ ਹੈ। ਕੁਐਸਚਨ ਨੰਬਰ 8, what is the percentage of the world's electricity that comes from nuclear power plant? ਪੂਰੀ ਦੁਨੀਆ ਦੀ ਕਿੰਨੇ ਪਰਸੈਂਟ ਇਲੈਕਟ੍ਰੀਸਿਟੀ ਹੈ ਜਿਹੜੀ ਕਿ ਨਿਊਕਲੀਅਰ ਪਾਵਰ ਪਲਾਂਟਸ ਤੋਂ ਆਉਂਦੀ ਹੈ? ਤਾਂ ਸਾਡਾ ਆਨਸਰ ਹੈ 14%, ਸੀ ਆਪਸ਼ਨ। ਕੁਐਸਚਨ ਨੰਬਰ 9, ਹਾਊ ਮਚ ਇਲੈਕਟ੍ਰੀਸਿਟੀ ਵਾਜ਼ ਜਨਰੇਟਡ ਬਾਈ ਨਿਊਕਲੀਅਰ ਪਲਾਂਟਸ ਇਨ US ਇਨ 2018। 2018 ਦੇ ਵਿੱਚ US ਦੇ ਵਿੱਚ ਨਿਊਕਲੀਅਰ ਪਲਾਂਟਸ ਨੇ ਕਿੰਨੀ ਇਲੈਕਟ੍ਰੀਸਿਟੀ ਪ੍ਰੋਡਿਊਸ ਕੀਤੀ ਸੀ? ਤਾਂ ਸਾਡਾ ਆਨਸਰ ਹੈ 807.1 ਬਿਲੀਅਨ ਕਿਲੋਵਾਟਸ, ਆਪਸ਼ਨ ਡੀ। ਕੁਐਸਚਨ ਨੰਬਰ 10, ਇਜ਼ ਨਿਊਕਲੀਅਰ ਐਨਰਜੀ ਅ ਨੀਡ ਆਫ ਦ ਆਰ। ਕੀ ਜਿਹੜੀ ਨਿਊਕਲੀਅਰ ਐਨਰਜੀ ਹੈ ਅੱਜ ਦੀ ਲੋੜ ਹੈ? ਤਾਂ ਆਨਸਰ ਹੈ ਯੈਸ, ਟਰੂ ਹੈ ਇਹ। ਤਾਂ ਡੀਅਰ ਸਟੂਡੈਂਟਸ, ਆਈ ਹੋਪ ਤੁਹਾਨੂੰ ਸਾਰੇ ਕੁਐਸਚਨ ਅੱਛੀ ਤਰ੍ਹਾਂ ਸਮਝ ਆ ਗਏ ਹੋਣਗੇ। ਥੈਂਕ ਯੂ, ਹੈਵ ਅ ਨਾਈਸ ਡੇ।